ਮੈਂ 5 ਸਾਲ ਦੀ ਸੀ ਜਦੋਂ ਮੇਰੇ ਬਾਪ ਦਾ ਤਲਾਕ ਹੋ ਗਿਆ। ਉਦੋਂ ਤੋਂ ਹੀ ਇਹ ਤਲਾਕ ਨਾਮ ਦਾ ਸ਼ਬਦ ਮੇਰੀ ਜ਼ਿੰਦਗੀ ਵਿੱਚ ਇੱਕ ਡਰ ਬਣ ਗਿਆ। ਮੇਰੇ ਮਾਂ-ਬਾਪ ਦੇ ਤਲਾਕ ਨੇ ਮੇਰਾ ਬਚਪਨ ਖਾ ਲਿਆ। ਮੇਰੀ ਮਾਂ ਨੇ ਮੈਨੂੰ ਆਪਣੇ ਨਾਲ ਲਿਜਾਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਮੇਰੇ ਪਿਤਾ ਨੇ ਮੈਨੂੰ ਮੇਰੀ ਮਾਂ ਨਾਲ ਜਾਣ ਨਾ ਦਿੱਤਾ। ਉਸ ਵਕਤ ਮੈਂ ਇੰਨੀ ਛੋਟੀ ਸੀ ਕਿ ਇਹ ਜਾਣਦੀ ਵੀ ਨਹੀਂ ਸੀ ਕਿ ਤਲਾਕ ਕੀ ਹੁੰਦਾ ਤੇ ਕਿਵੇਂ ਇਹ ਰਿਸ਼ਤੇ ਟੁੱਟ ਜਾਂਦੇ ਨੇ। ਪਰ ਜਿਵੇਂ-ਜਿਵੇਂ ਮੈਂ ਵੱਡੀ ਹੁੰਦੀ ਗਈ, ਮੈਨੂੰ ਤਲਾਕ ਦਾ ਮਤਲਬ ਸਮਝ ਆਉਂਦਾ ਗਿਆ। ਮੇਰੇ ਮਾਂ-ਬਾਪ ਦੇ ਵੱਖ ਹੋਣ ਨੇ ਮੇਰੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ। ਜੋ ਕੋਈ ਵੀ ਮੈਨੂੰ ਦੇਖਦਾ ਉਹ ਕਹਿ ਦਿੰਦਾ, ਉਹ ਦੇਖੋ ਰਾਵੀ ਜਾ ਰਹੀ ਆ। ਇਹਦੀ ਮਾਂ ਇਹਨੂੰ ਆਪਣੇ ਯਾਰ ਪਿੱਛੇ ਬਚਪਨ ਵਿੱਚ ਹੀ ਛੱਡ ਗਈ। ਲੋਕਾਂ ਦੇ ਇਹਨਾਂ ਕੌੜੇ ਸ਼ਬਦਾਂ ਨੇ ਮੇਰੀ ਜ਼ਿੰਦਗੀ ਨੂੰ ਬਰਬਾਦ ਕਰ ਦਿੱਤਾ। ਮੈਂ ਅਲੱਗ ਹੀ ਰਾਵੀ ਬਣ ਚੁੱਕੀ ਸੀ। ਮੈਂ ਛੋਟੀ-ਛੋਟੀ ਗੱਲ ਤੇ ਗੁੱਸੇ ਹੋ ਜਾਂਦੀ, ਚੀਜ਼ਾਂ ਚੁੱਕ ਕੇ ਭੰਨਣ ਲੱਗ ਜਾਂਦੀ ਤੇ ਕਦੇ-ਕਦੇ ਤਾਂ ਚੀਖ-ਚੀਖ ਕੇ ਰੋਂਦੀ। ਹਰ ਕਿਸੇ ਨਾਲ ਬੁਰਾ ਵਿਵਹਾਰ ਕਰਦੀ। ਜੇਕਰ ਕੋਈ ਮੇਰੀ ਮਾਂ ਬਾਰੇ ਕੁਝ ਕਹਿੰਦਾ ਤਾਂ ਮੇਰਾ ਜੀ ਕਰਦਾ ਕਿ ਮੈਂ ਉਸਦੀ ਜਾਨ ਲੈ ਲਵਾਂ। ਮੇਰੇ ਪਿਤਾ ਨੇ ਮੇਰੀ ਮਾਂ ਦੇ ਜਾਣ ਤੋਂ ਮਗਰੋਂ ਮੈਨੂੰ ਦਾਦੀ ਦੇ ਹਵਾਲੇ ਕਰ ਦਿੱਤਾ ਸੀ। ਦਾਦੀ ਦਿਨ ਰਾਤ ਮੇਰੇ ਸਾਹਮਣੇ ਮੇਰੀ ਮਾਂ ਦੇ ਬੁਰੇ ਚਰਿੱਤਰ ਬਾਰੇ ਗੱਲਾਂ ਕਰਦੀ ਰਹਿੰਦੀ ਤੇ ਉਹ ਮੇਰੀ ਮਾਂ ਨੂੰ ਇਸ ਤਰ੍ਹਾਂ ਬੁਰਾ ਭਲਾ ਕਹਿੰਦੀ ਕਿ ਮੈਂ ਕੁਦਰਤੀ ਤੌਰ ਤੇ ਆਪਣੀ ਮਾਂ ਨੂੰ ਨਫ਼ਰਤ ਕਰਨ ਲੱਗੀ ਸੀ। ਪਰ ਜਦੋਂ ਵੀ ਮੇਰੀ ਦਾਦੀ ਮੇਰੀ ਮਾਂ ਦੇ ਬਾਰੇ ਵਿੱਚ ਕੁਝ ਕਹਿੰਦੀ ਤਾਂ ਮੈਂ ਸਾਰੇ ਘਰ ਦਾ ਸਮਾਨ ਤੋੜਨ ਲੱਗ ਜਾਂਦੀ। ਹੁਣ ਤਾਂ ਮੇਰੀ ਦਾਦੀ ਮੈਨੂੰ ਮੇਰੀ ਮਾਂ ਦੀ ਤਰ੍ਹਾਂ ਹੀ ਬੁਰਾ ਭਲਾ ਕਹਿਣ ਲੱਗੀ ਸੀ। ਚੰਗਾ ਹੁੰਦਾ ਜੇਕਰ ਇਹਨੂੰ ਵੀ ਇਹਦੀ ਮਾਂ ਨਾਲ ਹੀ ਭੇਜ ਦਿੰਦੇ। ਮੇਰੇ ਪਿਤਾ ਜੀ ਕਹਿੰਦੇ ਕਿ ਮੈਂ ਇੰਨੀ ਆਸਾਨੀ ਨਾਲ ਮੈਂ ਉਸ ਔਰਤ ਨੂੰ ਖੁਸ਼ੀ ਨਹੀਂ ਦੇ ਸਕਦਾ ਸੀ। ਮੇਰੇ ਪਿਤਾ ਜੀ ਨੇ ਦੂਜਾ ਵਿਆਹ ਕਰਵਾ ਲਿਆ ਸੀ, ਪਰ ਉਹਨਾਂ ਦਾ ਦੂਜਾ ਵਿਆਹ ਵੀ ਜ਼ਿਆਦਾ ਸਮਾਂ ਨਾ ਟਿਕ ਸਕਿਆ। ਮੇਰੇ ਪਿਤਾ ਜੀ ਦੀ ਮੇਰੀ ਮਤਰੇਈ ਮਾਂ ਨਾਲ ਵੀ ਬਿਲਕੁਲ ਨਾ ਬਣੀ। ਹਰ ਰੋਜ਼ ਪਤਾ ਨਹੀਂ ਕਿਹੜੀ ਗੱਲ ਤੇ ਉਹਨਾਂ ਦੋਹਾਂ ਵਿਚਕਾਰ ਝਗੜਾ ਹੁੰਦਾ ਰਹਿੰਦਾ ਤੇ ਇੱਕ ਦਿਨ ਮੇਰੀ ਮਤਰੇਈ ਮਾਂ ਵੀ ਦੁਖੀ ਹੋ ਕੇ ਚਲੀ ਗਈ। ਮੇਰੇ ਪਿਤਾ ਅਕਸਰ ਕਹਿੰਦੇ ਰਹਿੰਦੇ ਕਿ ਜਿਸ ਤਰ੍ਹਾਂ ਮੇਰੀਆਂ ਦੋਵੇਂ ਪਤਨੀਆਂ ਮੈਨੂੰ ਧੋਖਾ ਦੇ ਦਿੱਤਾ, ਮੈਂ ਕਿਸੇ ਔਰਤ ਤੇ ਤਾਂ ਵਿਸ਼ਵਾਸ ਬਿਲਕੁਲ ਵੀ ਨਹੀਂ ਕਰ ਸਕਦਾ। ਇਸ ਤੋਂ ਬਾਅਦ ਇੱਕ ਦਿਨ ਅਚਾਨਕ ਹੀ ਮੇਰੇ ਪਿਤਾ ਜੀ ਦਾ ਦੇਹਾਂਤ ਹੋ ਗਿਆ। ਮੇਰੀ ਮਾਂ ਤੋਂ ਬਾਅਦ ਮੇਰੇ ਪਿਤਾ ਜੀ ਵੀ ਮੈਨੂੰ ਛੱਡ ਕੇ ਚਲੇ ਗਏ। ਇਹ ਮੇਰੇ ਲਈ ਕਿਸੇ ਕਿਆਮਤ ਤੋਂ ਘੱਟ ਨਹੀਂ ਸੀ। ਮੇਰੀ ਬੁੱਢੀ ਦਾਦੀ ਮੈਨੂੰ ਲੈ ਕੇ ਮੇਰੇ ਚਾਚਾ ਜੀ ਦੇ ਘਰ ਚਲੀ ਗਈ। ਉਸ ਸਮੇਂ ਮੇਰੀ ਉਮਰ ਲਗਭਗ 18 ਸਾਲ ਦੀ ਸੀ। ਮੇਰੀ ਦਾਦੀ ਵੀ ਜ਼ਿਆਦਾ ਸਮੇਂ ਤੱਕ ਜਿਉਂਦੀ ਨਾ ਰਹਿ ਸਕੀ, ਕਿਉਂਕਿ ਮੇਰੇ ਪਿਤਾ ਦੀ ਮੌਤ ਨੇ ਮੇਰੀ ਦਾਦੀ ਨੂੰ ਬਹੁਤ ਜ਼ਿਆਦਾ ਦਰਦ ਪਹੁੰਚਾਇਆ ਸੀ। ਮੈਂ ਪੂਰੀ ਤਰ੍ਹਾਂ ਆਪਣੇ ਚਾਚਾ ਚਾਚੀ ਦੇ ਉੱਪਰ ਨਿਰਭਰ ਸੀ। ਮੇਰੇ ਚਾਚਾ ਜੀ ਮੈਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਸੀ। ਜੇਕਰ ਮੈਨੂੰ ਮੇਰੇ ਚਾਚਾ ਜੀ ਕਿਤੇ ਆਪਣੇ ਬੱਚਿਆਂ ਵਾਂਗ ਪਿਆਰ ਕਰਨ ਲੱਗ ਜਾਂਦੇ ਤਾਂ ਮੇਰੀ ਚਾਚੀ ਨੂੰ ਮੇਰੇ ਤੇ ਗੁੱਸਾ ਆ ਜਾਂਦਾ। ਜਦੋਂ ਕਿਤੇ ਵੀ ਮੇਰੀ ਚਾਚੀ ਮੇਰੀ ਮਾਂ ਬਾਰੇ ਕੋਈ ਗਲਤ ਗੱਲ ਕਹਿ ਦਿੰਦੀ ਤਾਂ ਮੈਨੂੰ ਬਹੁਤ ਜ਼ਿਆਦਾ ਗੁੱਸਾ ਆਉਂਦਾ ਤੇ ਮੈਂ ਗੁੱਸੇ ਵਿੱਚ ਚੀਜ਼ਾਂ ਭੰਨਣੀਆਂ ਸ਼ੁਰੂ ਕਰ ਦਿੰਦੀ। ਚਾਚੀ ਨੇ ਕਦੇ ਵੀ ਖੁੱਲ੍ਹ ਕੇ ਤਾਂ ਕੁਝ ਵੀ ਨਹੀਂ ਕਿਹਾ ਸੀ, ਪਰ ਫਿਰ ਵੀ ਮੈਂ ਉਹਨਾਂ ਨਾਲ ਬਦਤਮੀਜ਼ੀ ਨਾਲ ਪੇਸ਼ ਆਉਂਦੀ। ਇੱਕ ਸਾਲ ਇਸੇ ਤਰ੍ਹਾਂ ਗੁਜ਼ਰ ਗਿਆ ਕਿ ਅਕਸਰ ਮੇਰੇ ਮਨ ਵਿੱਚ ਇਹ ਖਿਆਲ ਆਉਂਦਾ ਕਿ ਜੇਕਰ ਮੇਰੀ ਮਾਂ ਚਰਿੱਤਰਹੀਣ ਨਾ ਹੁੰਦੀ ਤਾਂ ਮੈਨੂੰ ਇਹ ਦਿਨ ਦੇਖਣੇ ਨਾ ਪੈਂਦੇ। ਮੈਂ ਵੀ ਬਾਕੀ ਬੱਚਿਆਂ ਦੀ ਤਰ੍ਹਾਂ ਆਪਣੀ ਇੱਕ ਨਾਰਮਲ ਜ਼ਿੰਦਗੀ ਜਿਉਂਦੀ। ਪਰ ਮੇਰੇ ਅੰਦਰ ਇੱਕ ਅਜੀਬ ਜਿਹਾ ਅਹਿਸਾਸ ਪੈਦਾ ਹੋ ਗਿਆ ਸੀ। ਮੈਂ ਛੋਟੀਆਂ-ਛੋਟੀਆਂ ਗੱਲਾਂ ਕਰਕੇ ਸਾਰਿਆਂ ਨਾਲ ਉਲਝਣ ਲੱਗੀ ਸੀ। ਮੈਂ ਘਰ ਦੀ ਚਾਰ ਦੀਵਾਰੀ ਅੰਦਰ ਹੀ ਰਹਿੰਦੀ ਤੇ ਆਪਣੀ ਚਾਚੀ ਨਾਲ ਘਰ ਦਾ ਸਾਰਾ ਕੰਮਕਾਜ ਕਰਾਉਂਦੀ। ਮੈਂ ਉਹਨਾਂ ਦੇ ਬੱਚਿਆਂ ਦਾ ਵੀ ਕਿਸੇ ਨੌਕਰਾਣੀ ਵਾਂਗ ਖਿਆਲ ਰੱਖਦੀ। ਪੜ੍ਹਾਈ ਕਰਨ ਦਾ ਤਾਂ ਮੈਨੂੰ ਮੌਕਾ ਹੀ ਨਾ ਮਿਲਿਆ ਸੀ। ਜਿਵੇਂ-ਜਿਵੇਂ ਵਕਤ ਗੁਜ਼ਰ ਰਿਹਾ ਸੀ, ਮੈਂ ਜਵਾਨ ਹੋਣ ਦੇ ਨਾਲ-ਨਾਲ ਖੂਬਸੂਰਤ ਵੀ ਹੁੰਦੀ ਜਾ ਰਹੀ ਸੀ। ਕਦੇ-ਕਦੇ ਮੇਰੇ ਚਾਚਾ ਜੀ ਕਹਿ ਦਿੰਦੇ ਕਿ ਮੈਂ ਬਿਲਕੁਲ ਆਪਣੀ ਮਾਂ ਵਰਗੀ ਹਾਂ। ਮੈਂ ਆਪਣੇ ਚਾਚਾ ਜੀ ਦੇ ਮੂੰਹੋਂ ਕਦੇ ਵੀ ਆਪਣੀ ਮਾਂ ਦੀ ਬੁਰਾਈ ਨਹੀਂ ਸੁਣੀ ਸੀ। ਆਪਣੇ ਚਾਚਾ ਜੀ ਦੇ ਮੂੰਹੋਂ ਆਪਣੀ ਮਾਂ ਦੀ ਤਾਰੀਫ ਸੁਣ ਕੇ ਮੈਂ ਹੈਰਾਨ ਰਹਿ ਜਾਂਦੀ। ਇਹ ਪਹਿਲੀ ਵਾਰ ਹੋਇਆ ਸੀ ਕਿ ਜਦੋਂ ਕਿਸੇ ਨੇ ਮੇਰੇ ਸਾਹਮਣੇ ਮੇਰੀ ਮਾਂ ਬਾਰੇ ਕੋਈ ਚੰਗੀ ਗੱਲ ਕਹੀ ਸੀ। ਨਹੀਂ ਤਾਂ ਅੱਜ ਤੱਕ ਮੈਂ ਆਪਣੀ ਮਾਂ ਬਾਰੇ ਸਿਰਫ ਚਰਿੱਤਰਹੀਣ ਵਰਗੇ ਗੰਦੇ ਭੈੜੇ ਸ਼ਬਦ ਹੀ ਸੁਣੇ ਸੀ। ਮੈਨੂੰ ਤਾਂ ਆਪਣੀ ਮਾਂ ਦਾ ਚਿਹਰਾ ਤੱਕ ਯਾਦ ਨਹੀਂ ਸੀ ਤੇ ਨਾ ਹੀ ਮੇਰੇ ਕੋਲ ਉਹਨਾਂ ਦੀ ਕੋਈ ਤਸਵੀਰ ਸੀ। ਪਰ ਜਦੋਂ ਤੋਂ ਮੇਰੇ ਚਾਚਾ ਜੀ ਨੇ ਮੈਨੂੰ ਆਪਣੀ ਮਾਂ ਵਰਗੀ ਖੂਬਸੂਰਤ ਕਿਹਾ, ਉਦੋਂ ਤੋਂ ਮੈਂ ਅਕਸਰ ਹੀ ਸ਼ੀਸ਼ਾ ਦੇਖਣ ਲੱਗੀ।
ਕੁਝ ਦੇਰ ਮਗਰੋਂ ਮੇਰੇ ਲਈ ਰਿਸ਼ਤੇ ਵੀ ਆਪਣੇ ਆਪ ਹੀ ਆਉਣੇ ਸ਼ੁਰੂ ਹੋ ਗਏ। ਮੇਰੇ ਚਾਚਾ ਜੀ ਦੇ 2 ਬੇਟੀਆਂ ਸੀ, ਪਰ ਉਹਨਾਂ ਦੀ ਰੰਗਤ ਮੇਰੇ ਚਿਹਰੇ ਅੱਗੇ ਫਿੱਕੀ ਸੀ, ਇਸ ਲਈ ਸ਼ਾਇਦ ਉਹਨਾਂ ਲਈ ਕੋਈ ਰਿਸ਼ਤਾ ਨਹੀਂ ਆਇਆ। ਚਾਚੀ ਨੇ ਫੈਸਲਾ ਕੀਤਾ ਕਿ ਪਹਿਲਾਂ ਮੇਰਾ ਵਿਆਹ ਕਰਕੇ ਮੈਨੂੰ ਵਿਦਾ ਕਰ ਦਿੱਤਾ ਜਾਵੇ, ਤਾਂ ਕਿ ਉਹਨਾਂ ਦੀਆਂ ਧੀਆਂ ਦੇ ਨਸੀਬ ਵੀ ਖੁੱਲ੍ਹ ਸਕਣ। ਮੈਨੂੰ ਇੰਜ ਲੱਗ ਰਿਹਾ ਸੀ ਜਿਵੇਂ ਮੈਂ ਆਪਣੀ ਚਾਚੀ ਦੀਆਂ ਅੱਖਾਂ ਵਿੱਚ ਰੜਕ ਰਹੀ ਹੋਵਾਂ। ਇਸ ਲਈ ਚਾਚਾ ਜੀ ਨੇ ਮੇਰੇ ਲਈ ਰਿਸ਼ਤੇ ਦੇਖਣੇ ਸ਼ੁਰੂ ਕਰ ਦਿੱਤੇ, ਪਰ ਕੋਈ ਵੀ ਰਿਸ਼ਤਾ ਜ਼ਿਆਦਾ ਦੇਰ ਤੱਕ ਨਾ ਟਿਕਦਾ। ਮੇਰੀ ਮਾਂ ਦਾ ਬੁਰਾ ਚਰਿੱਤਰ ਇੱਥੇ ਵੀ ਮੇਰੇ ਸਾਹਮਣੇ ਕੰਧ ਬਣ ਕੇ ਖੜ ਜਾਂਦਾ ਸੀ। ਜੋ ਵੀ ਮੇਰੇ ਲਈ ਰਿਸ਼ਤਾ ਲੈ ਕੇ ਆਉਂਦਾ, ਉਹਨਾਂ ਕਿਵੇਂ ਨਾ ਕਿਵੇਂ ਮੇਰੀ ਮਾਂ ਬਾਰੇ ਪਤਾ ਲੱਗ ਜਾਂਦਾ ਤੇ ਗੱਲ ਅੱਗੇ ਤੁਰਨ ਤੋਂ ਪਹਿਲਾਂ ਹੀ ਠੱਪ ਹੋ ਜਾਂਦੀ। ਇਸ ਤਰ੍ਹਾਂ ਮੇਰੇ ਲਈ ਲਗਭਗ 30-35 ਰਿਸ਼ਤੇ ਆਏ, ਪਰ ਮੇਰੀ ਮਾਂ ਦੇ ਚਰਿੱਤਰ ਬਾਰੇ ਸੁਣਦਿਆਂ ਹੀ ਮੇਰਾ ਰਿਸ਼ਤਾ ਹੋਣ ਤੋਂ ਪਹਿਲਾਂ ਹੀ ਟੁੱਟ ਜਾਂਦਾ। ਜਦੋਂ ਰਿਸ਼ਤੇ ਵਾਲੇ ਇਸੇ ਤਰ੍ਹਾਂ ਮੁੜਦੇ ਰਹੇ ਤਾਂ ਮੇਰੀ ਚਾਚੀ ਨੇ ਮੇਰਾ ਰਿਸ਼ਤਾ ਆਪਣੀ ਰਿਸ਼ਤੇਦਾਰੀ ਵਿੱਚ ਇੱਕ ਰਕੇਸ਼ ਨਾਂ ਦੇ ਮੁੰਡੇ ਨਾਲ ਕਰ ਦਿੱਤਾ। ਰਕੇਸ਼ ਮੈਥੋਂ ਉਮਰ ਵਿੱਚ ਕਾਫੀ ਜ਼ਿਆਦਾ ਵੱਡਾ ਸੀ। ਉਸ ਦਾ ਆਪਣੀ ਪਹਿਲੀ ਪਤਨੀ ਨਾਲ ਤਲਾਕ ਹੋ ਚੁੱਕਿਆ ਸੀ। ਪਹਿਲੀ ਵਾਰ ਜਦੋਂ ਉਹ ਮੈਨੂੰ ਦੇਖਣ ਆਇਆ ਸੀ ਤਾਂ ਮੈਨੂੰ ਉਸ ਦਾ ਸੁਭਾਅ ਵੀ ਕਾਫੀ ਜ਼ਿਆਦਾ ਸਖਤ ਲੱਗਿਆ ਸੀ। ਵਿਆਹ ਨੂੰ ਲੈ ਕੇ ਮੇਰੇ ਮਨ ਵਿੱਚ ਪਹਿਲਾਂ ਹੀ ਬਹੁਤ ਸਾਰੇ ਅਰਮਾਨ ਸੀ, ਪਰ ਮੈਂ ਕਦੇ ਇਹ ਵੀ ਨਹੀਂ ਸੋਚਿਆ ਸੀ ਕਿ ਮੈਂ ਕਿਸੇ ਦੀ ਦੂਸਰੀ ਪਤਨੀ ਬਣਾਂਗੀ। ਜਦੋਂ ਤੋਂ ਮੇਰਾ ਰਿਸ਼ਤਾ ਰਕੇਸ਼ ਨਾਲ ਤੈਅ ਕੀਤਾ ਗਿਆ ਸੀ, ਉਦੋਂ ਤੋਂ ਹੀ ਮੈਂ ਬੜੀ ਉਦਾਸ ਰਹਿਣ ਲੱਗੀ ਸੀ। ਮੈਨੂੰ ਹਰ ਵਕਤ ਇਹ ਚਿੰਤਾ ਸਤਾਉਂਦੀ ਰਹਿੰਦੀ ਕਿ ਪਤਾ ਨਹੀਂ ਮੈਂ ਇਹ ਵਿਆਹ ਕਰਕੇ ਖੁਸ਼ ਰਹਿ ਸਕਾਂਗੀ ਜਾਂ ਫਿਰ ਨਹੀਂ। ਮੇਰੇ ਮਨ ਵਿੱਚ ਹਰ ਵਕਤ ਮੇਰੇ ਮਾਂ-ਬਾਪ ਦੇ ਤਲਾਕ ਵਾਲੀ ਗੱਲ ਘੁੰਮਦੀ ਰਹਿੰਦੀ। ਮੈਨੂੰ ਇਹ ਡਰ ਸੀ ਕਿ ਮੇਰੀ ਮਾਂ ਦਾ ਚਰਿੱਤਰ ਕਿਤੇ ਇੱਥੇ ਵੀ ਮੇਰੇ ਸਾਹਮਣੇ ਆ ਕੇ ਖੜਾ ਨਾ ਹੋ ਜਾਵੇ। ਮੈਂ ਬਾਰ-ਬਾਰ ਆਪਣੇ ਚਾਚਾ-ਚਾਚੀ ਨੂੰ ਆਪਣੇ ਕਰਕੇ ਝਗੜਦੇ ਦੇਖਦੀ ਤਾਂ ਮੈਂ ਬਿਲਕੁਲ ਹੀ ਅੰਦਰੋਂ ਟੁੱਟ ਜਾਂਦੀ। ਇਸ ਲਈ ਜਿਵੇਂ-ਜਿਵੇਂ ਮੇਰੇ ਵਿਆਹ ਦੇ ਦਿਨ ਕਰੀਬ ਆਉਣ ਲੱਗੇ ਤਾਂ ਮੈਨੂੰ ਘਬਰਾਹਟ ਜਿਹੀ ਹੋਣ ਲੱਗ ਜਾਂਦੀ। ਮੇਰੇ ਚਾਚਾ ਜੀ ਨੇ ਮੈਨੂੰ ਬਹੁਤ ਤਸੱਲੀ ਦਿੱਤੀ। ਉਹਨਾਂ ਦਾ ਕਹਿਣਾ ਸੀ ਕਿ ਰਕੇਸ਼ ਬਹੁਤ ਚੰਗਾ। ਵਿਦਾਈ ਦਾ ਵਕਤ ਆਇਆ ਤਾਂ ਮੇਰੇ ਚਾਚਾ ਜੀ ਨੇ ਮੇਰੇ ਸਿਰ ਤੇ ਹੱਥ ਰੱਖਿਆ ਤੇ ਮੇਰੇ ਹੱਥ ਵਿੱਚ ਇੱਕ ਲਾਲ ਜਿਹੇ ਰੰਗ ਦੀ ਚਾਦਰ ਫੜਾ ਦਿੱਤੀ ਤੇ ਹੌਲੀ ਜਿਹੀ ਮੇਰੇ ਕੰਨ ਵਿੱਚ ਕਹਿ ਦਿੱਤਾ ਕਿ ਲੈ ਰਾਵੀ, ਇਹ ਚਾਦਰ ਰੱਖ ਲੈ ਤੇ ਯਾਦ ਰੱਖੀ, ਜਦੋਂ ਵੀ ਤੇਰਾ ਪਤੀ ਰਾਤ ਨੂੰ ਸੌਵੇਂ ਤਾਂ ਇਹ ਚਾਦਰ ਉਸ ਦੇ ਉੱਪਰ ਦੇ ਦਿਆ ਕਰੀ। ਇਸ ਨਾਲ ਤੇਰੇ ਤੇ ਉਸ ਦੇ ਵਿਚਕਾਰ ਕਦੇ ਵੀ ਤਲਾਕ ਦੀ ਨੌਬਤ ਨਹੀਂ ਆਵੇਗੀ। ਤੇਰੀ ਤੇ ਤੇਰੇ ਪਤੀ ਦੀ ਬਹੁਤ ਜ਼ਿਆਦਾ ਬਣੇਗੀ। ਬਾਕੀ ਦੀ ਕਹਾਣੀ ਅਗਲੇ ਭਾਗ ਵਿੱਚ ਜੀ। ਧੰਨਵਾਦ ਜੀ।